ਮੈਂ ਇੱਕ ਗਰੀਬ ਘਰ ਵਿੱਚ ਜਨਮ ਲਿਆ। ਮੇਰੇ ਪਾਪਾ ਨਹੀਂ ਸੀ। ਮੇਰੀ ਮਾਂ ਕਿਸੇ ਦੇ ਘਰ ਵਿੱਚ ਨੌਕਰੀ ਕਰਦੀ ਸੀ। ਉਹ ਮੈਨੂੰ ਵੀ ਆਪਣੇ ਨਾਲ ਲੈ ਕੇ ਜਾਂਦੀ ਸੀ। ਪਰ ਜਦੋਂ ਮੈਂ ਛੋਟੀ ਸੀ ਤਾਂ ਮੈਨੂੰ ਮੇਰੀ ਮਾਂ ਪੜੋਸੀ ਦੇ ਘਰ ਛੱਡ ਜਾਂਦੀ ਸੀ। ਹੁਣ ਮੈਂ 15 ਸਾਲ ਦੀ ਹੋ ਗਈ ਸੀ ਤੇ ਮੇਰੀ ਮਾਂ ਮੈਨੂੰ ਆਪਣੇ ਨਾਲ ਲੈ ਕੇ ਜਾਂਦੀ ਸੀ। ਕਦੀ-ਕਦੀ ਉਹ ਮੈਨੂੰ ਛੋਟੇ ਹੁੰਦੇ ਆਪਣੇ ਨਾਲ ਲੈ ਜਾਂਦੀ ਸੀ, ਪਰ ਮੈਂ ਕੰਮ ਨਹੀਂ ਸੀ ਕਰਦੀ। ਪਰ ਅੱਜ ਮੇਰੀ ਮਾਂ ਮੈਨੂੰ ਜਿੱਥੇ ਲੈ ਕੇ ਆਈ, ਉਹ ਬੰਗਲਾ ਕੋਈ ਹੋਰ ਹੀ ਸੀ। ਮੈਂ ਆਪਣੀ ਮਾਂ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਇਸ ਬੰਗਲੇ ਦੇ ਮਾਲਿਕ ਪੈਸੇ ਵਧੀਆ ਦੇ ਰਹੇ ਨੇ। ਮਾਲਿਕ ਸਾਹਮਣੇ ਬਗੀਚੇ ਵਿੱਚ ਬੈਠਾ ਸੀ। ਮੇਰੀ ਮਾਂ ਨੇ ਕਿਹਾ ਕਿ ਅੱਜ ਤੋਂ ਮੇਰੀ ਕੁੜੀ ਕੰਮ ਤੇ ਆਏਗੀ। ਉਸਨੇ ਮੇਰੇ ਵੱਲ ਸਿਰ ਤੋਂ ਪੈਰਾਂ ਤੱਕ ਦੇਖਿਆ। ਮੈਨੂੰ ਉਸ ਦਾ ਇੰਜ ਦੇਖਣਾ ਬਹੁਤ ਅਜੀਬ ਲੱਗਿਆ। ਉਸਨੇ ਕਿਹਾ ਕਿ ਇਹ ਤਾਂ ਤੂੰ ਬਹੁਤ ਵਧੀਆ ਕੀਤਾ। ਮੇਰੀ ਮਾਂ ਨੇ ਮੇਰੇ ਹੱਥ ਵਿੱਚ ਝਾੜੂ ਦਿੱਤਾ ਤੇ ਕਿਹਾ ਕਿ ਪੂਰੇ ਘਰ ਵਿੱਚ ਝਾੜੂ ਪੋਚਾ ਕਰ ਦੇ, ਫਿਰ ਰਸੋਈ ਸਾਫ਼ ਕਰ ਦੇਵੀਂ। ਫਿਰ ਮੈਂ ਤੈਨੂੰ ਹੋਰ ਕੰਮ ਦੱਸਦੀ ਹਾਂ। ਮੈਂ ਕਦੀ ਇੰਨਾ ਕੰਮ ਨਹੀਂ ਕੀਤਾ ਸੀ, ਪਰ ਮੈਂ ਸ਼ੁਰੂ ਕਰ ਦਿੱਤਾ। ਮੇਰੀ ਮਾਂ ਨੇ ਮਾਲਿਕ ਵੱਲ ਵੇਖਿਆ ਤੇ ਉਹ ਮੇਰੀ ਮਾਂ ਵੱਲ ਦੇਖ ਕੇ ਮੁਸਕਰਾਉਣ ਲੱਗਾ ਤੇ ਮੇਰੀ ਮਾਂ ਨੂੰ ਇਸ਼ਾਰਾ ਕੀਤਾ, ਆਪਣੇ ਕਮਰੇ ਵਿੱਚ ਜਾਣ ਲਈ ਕਿਹਾ। ਮੇਰੀ ਮਾਂ ਉਸ ਦੇ ਨਾਲ ਕਮਰੇ ਵਿੱਚ ਚਲੀ ਗਈ ਤੇ ਦਰਵਾਜ਼ਾ ਬੰਦ ਕਰ ਦਿੱਤਾ। ਮੈਨੂੰ ਪੂਰੇ 2 ਘੰਟੇ ਲੱਗੇ ਸਫਾਈ ਕਰਨ ਲਈ। ਫਿਰ ਮੈਂ ਰਸੋਈ ਵਿੱਚ ਗਈ ਤਾਂ ਉੱਥੇ ਬਹੁਤ ਖਲਾਰਾ ਸੀ। ਭਾਂਡੇ ਵੀ ਸਾਫ਼ ਕਰਨ ਵਾਲੇ ਸੀ। ਰਸੋਈ ਗੰਦੀ ਸੀ। ਮੈਨੂੰ ਤਾਂ ਇੰਨਾ ਕੰਮ ਦੇਖ ਕੇ ਰੋਣਾ ਆ ਰਿਹਾ ਸੀ। ਮੈਨੂੰ ਸਾਰਾ ਕੰਮ ਦੱਸ ਕੇ ਮੇਰੀ ਮਾਂ ਮਾਲਿਕ ਦੇ ਕਮਰੇ ਵਿੱਚ ਕੀ ਕਰ ਰਹੀ ਸੀ। ਫਿਰ ਮੈਂ ਰਸੋਈ ਸਾਫ਼ ਕੀਤੀ, ਭਾਂਡੇ ਸਾਫ਼ ਕਰ ਦਿੱਤੇ। ਮੇਰੀ ਹਾਲਤ ਬਹੁਤ ਖਰਾਬ ਹੋ ਗਈ ਸੀ। ਬੁਰੀ ਤਰ੍ਹਾਂ ਥੱਕ ਗਈ ਸੀ। ਮੇਰੀ ਮਾਂ ਹਾਲੇ ਵੀ ਕਮਰੇ ਵਿੱਚ ਸੀ। ਮੈਨੂੰ ਕੰਮ ਤੋਂ ਬਾਅਦ ਭੁੱਖ ਲੱਗ ਰਹੀ ਸੀ। ਮੈਂ ਦਰਵਾਜ਼ਾ ਖੜਕਾਇਆ ਤਾਂ ਮੇਰੀ ਮਾਂ ਨੇ ਦਰਵਾਜ਼ਾ ਖੋਲ੍ਹਿਆ। ਉਹ ਪਸੀਨੇ ਨਾਲ ਲੱਥ-ਪੱਥ ਸੀ। ਇਹ ਕਿਹਾ ਕਿ ਮੈਂ ਆਉਂਦੀ ਹਾਂ। ਫਿਰ ਦਰਵਾਜ਼ਾ ਬੰਦ ਕਰ ਦਿੱਤਾ। ਕੁਝ ਦੇਰ ਬਾਅਦ ਮੇਰੀ ਮਾਂ ਚਾਦਰ ਲਪੇਟੀ ਬਾਹਰ ਆਈ ਤੇ ਮੈਨੂੰ ਲੈ ਕੇ ਬੰਗਲੇ ਵਿੱਚੋਂ ਬਾਹਰ ਆ ਗਈ। ਮੇਰੀ ਮਾਂ ਦੀਆਂ ਅੱਖਾਂ ਏਦਾਂ ਲੱਗ ਰਹੀਆਂ ਸਨ ਜਿਵੇਂ ਰੋ-ਰੋ ਕੇ ਸੁੱਜ ਜਾਂਦੀਆਂ ਹਨ। ਉਸਨੇ ਘਰ ਆ ਕੇ ਦਰਵਾਜ਼ਾ ਬੰਦ ਕਰ ਲਿਆ ਤੇ ਅੱਧੇ ਘੰਟੇ ਬਾਅਦ ਬਾਹਰ ਆਈ। ਮੈਨੂੰ ਬਹੁਤ ਭੁੱਖ ਲੱਗ ਰਹੀ ਸੀ। ਮੈਂ ਮਾਂ ਨੂੰ ਕਿਹਾ ਕਿ ਮੈਨੂੰ ਬਹੁਤ ਭੁੱਖ ਲੱਗ ਰਹੀ ਹੈ ਮਾਂ। ਮਾਂ ਨੇ ਕਿਹਾ ਕਿ ਤੂੰ ਪੜੋਸ ਵਿੱਚੋਂ ਸਬਜ਼ੀ ਲੈ ਕੇ ਆ, ਮੈਂ ਰੋਟੀ ਬਣਾਉਂਦੀ ਹਾਂ। ਮੈਂ ਸਬਜ਼ੀ ਲੈ ਕੇ ਆਈ। ਮਾਂ ਨੇ ਰੋਟੀ ਦਿੱਤੀ। ਮਾਂ ਨੇ ਸ਼ਾਮ ਨੂੰ ਪਨੀਰ ਦੀ ਸਬਜ਼ੀ ਬਣਾਈ। ਮਾਂ ਨੇ ਕਿਹਾ, ਮੈਂ ਤੇਰੇ ਲਈ ਸਵੇਰ ਵਾਸਤੇ ਵੀ ਰੱਖ ਦਿੱਤੀ ਹੈ। ਰੋਟੀ ਬਣਾ ਕੇ ਜਾਊਂਗੀ ਤਾਂ ਜੋ ਤੈਨੂੰ ਭੁੱਖ ਨਾ ਲੱਗੇ। ਮੈਂ ਮਾਂ ਨੂੰ ਕਿਹਾ, ਮੈਂ ਕੱਲ੍ਹ ਕੰਮ ਤੇ ਨਹੀਂ ਜਾਣਾ। ਬਹੁਤ ਵੱਡਾ ਬੰਗਲਾ ਹੈ। ਮਾਂ ਨੇ ਕਿਹਾ, ਤੈਨੂੰ ਪਤਾ ਕਿੰਨੀ ਮਹਿੰਗਾਈ ਹੋ ਗਈ ਹੈ। ਮੈਂ ਇਕੱਲੀ ਕੀ ਕਰਾਂ। ਤੂੰ ਹੁਣ ਵੱਡੀ ਹੋ ਗਈ ਹੈ, ਮੇਰੀ ਮਦਦ ਕਰ। ਮੈਂ ਚੁੱਪ ਹੋ ਗਈ। ਹੁਣ ਇਹ ਰੋਜ਼ ਦਾ ਹੀ ਕੰਮ ਹੋ ਗਿਆ ਸੀ। ਮੈਂ ਸਾਰਾ ਕੰਮ ਕਰਦੀ ਤੇ ਮਾਂ ਮਾਲਿਕ ਨਾਲ ਕਮਰੇ ਵਿੱਚ ਹੁੰਦੀ। ਮੈਨੂੰ ਬਹੁਤ ਗੁੱਸਾ ਆਉਂਦਾ ਤੇ ਜਦੋਂ ਮਾਂ ਕਮਰੇ ਵਿੱਚੋਂ ਬਾਹਰ ਆਉਂਦੀ ਤਾਂ ਪਸੀਨੇ ਨਾਲ ਭਰੀ ਹੋਈ ਤੇ ਅੱਖਾਂ ਲਾਲ ਹੁੰਦੀਆਂ ਸੀ, ਥੱਕੀ ਜਿਹੀ ਲੱਗਦੀ। ਇੱਕ ਦਿਨ ਮੈਂ ਮਾਂ ਨੂੰ ਕਿਹਾ ਕਿ ਸਾਰਾ ਕੰਮ ਤਾਂ ਮੈਂ ਕਰਦੀ ਹਾਂ, ਤੂੰ ਕਿਵੇਂ ਥੱਕ ਜਾਂਦੀ ਹੈ। ਮਾਂ ਨੇ ਕਿਹਾ ਕਿ ਮੇਰਾ ਕੰਮ ਤਾਂ, ਇਹ ਕਹਿ ਕੇ ਹੌਂਕਾ ਲਿਆ ਤੇ ਕਹਿਣ ਲੱਗੀ, ਪੁੱਤ, ਗਰੀਬੀ ਮਾੜੀ ਚੀਜ਼ ਹੈ। ਜਿਸ ਘਰ ਹੋਵੇ ਉਹ ਘਰ ਬਰਬਾਦ ਕਰ ਦਿੰਦੀ ਹੈ। ਮੇਰੀ ਮਾਂ ਦੀਆਂ ਇਹ ਗੱਲਾਂ ਮੈਨੂੰ ਸਮਝ ਨਾ ਆਉਂਦੀਆਂ। ਮਾਂ ਬਹੁਤ ਹੀ ਸੋਹਣੀ ਸੁਨੱਖੀ ਸੀ। ਮੇਰੀ ਮਾਂ ਮੈਨੂੰ ਹਰ ਉਹ ਚੀਜ਼ ਖਿਲਾਉਂਦੀ ਜੋ ਮੈਂ ਮੰਗਦੀ ਸੀ। ਅਸੀਂ ਮਲਾਈ ਕੋਫਤਾ ਵੀ ਖਾਂਦੇ। ਮੈਂ ਮਾਂ ਨੂੰ ਕਿਹਾ ਕਿ ਤੂੰ ਇੰਨੀ ਮਹਿੰਗੀ ਸਬਜ਼ੀ ਕਿਉਂ ਬਣਾਉਂਦੀ ਹੈ। ਤਾਂ ਮਾਂ ਕਹਿੰਦੀ, ਹੁਣ ਤੂੰ ਵੀ ਮੇਰੇ ਨਾਲ ਕੰਮ ਕਰਦੀ ਹੈ, ਤੈਨੂੰ ਵਧੀਆ ਖੁਰਾਕ ਚਾਹੀਦੀ ਹੈ। ਮੇਰੀ ਮਾਂ ਦੀ ਸੋਹਣੀ ਸੂਰਤ ਹੁਣ ਫਿੱਕੀ ਪੈ ਗਈ ਸੀ। ਇੱਕ ਦਿਨ ਮੇਰੀ ਮਾਂ ਨੇ ਆਪਣੀ ਅਲਮਾਰੀ ਖੋਲ੍ਹੀ। ਉਹ ਹਮੇਸ਼ਾ ਮੈਨੂੰ ਆਪਣੀ ਅਲਮਾਰੀ ਨੂੰ ਹੱਥ ਲਾਉਣ ਤੋਂ ਮਨ੍ਹਾ ਕਰਦੀ ਸੀ, ਪਰ ਅੱਜ ਉਹ ਜਲਦੀ ਵਿੱਚ ਸੀ। ਮੈਨੂੰ ਮਾਂ ਕਹਿੰਦੀ ਕਿ ਤੂੰ ਹੁਣ ਵੱਡੀ ਹੋ ਗਈ ਹੈ, ਚਾਦਰ ਲੈ ਕੇ ਜਾਇਆ ਕਰ। ਮੈਂ ਅਲਮਾਰੀ ਵਿੱਚੋਂ ਚਾਦਰ ਕੱਢ ਰਹੀ ਸੀ ਤੇ ਮੈਂ ਕੱਪੜੇ ਨੀਚੇ ਜੋ ਦੇਖਿਆ, ਮੈਂ ਤਾਂ ਹੈਰਾਨ ਹੀ ਹੋ ਗਈ ਸੀ। ਮਾਂ ਆਵਾਜ਼ ਮਾਰ ਰਹੀ ਸੀ। ਮੈਂ ਬਾਹਰ ਆਈ। ਅੱਜ ਮੇਰਾ ਕੰਮ ਦਾ ਦਿਲ ਨਹੀਂ ਸੀ। ਮੈਨੂੰ ਇਹ ਸੀ ਕਿ ਪਤਾ ਕਰਾਂ ਆਖਰ ਮਾਲਕ ਮੇਰੀ ਮਾਂ ਤੋਂ ਕੀ ਕੰਮ ਕਰਵਾਉਂਦਾ ਜੋ 3-4 ਘੰਟੇ ਹੁੰਦਾ ਹੈ। ਮੈਂ ਅੱਜ ਘੱਟ ਕੰਮ ਕੀਤਾ ਤੇ ਫਿਰ ਮੈਂ ਉਸ ਕਮਰੇ ਦੇ ਕੋਲ ਗਈ ਜਿਸ ਵਿੱਚ ਮਾਂ ਸੀ। ਮੈਨੂੰ ਇਹ ਸੀ ਕਿ ਪਤਾ ਲੱਗੇ ਕੋਈ ਬਾਰੀ ਹੈ ਜੋ ਮੈਂ ਤਾਂ ਜੋ ਅੰਦਰ ਦੇਖ ਸਕਾਂ ਕਿ ਮਾਂ ਅਜਿਹਾ ਕੀ ਕੰਮ ਕਰਦੀ ਹੈ ਜੋ ਇੰਨਾ ਥੱਕ ਜਾਂਦੀ ਹੈ।
ਪਰ ਕੋਈ ਬਾਰੀ ਨਹੀਂ ਸੀ। ਮੈਂ ਦਰਵਾਜ਼ੇ ਦੀ ਇੱਕ ਮੋਹਰੀ ਵਿੱਚੋਂ ਦੇਖਿਆ। ਸਾਰੇ ਕਮਰੇ ਵਿੱਚ ਹਨੇਰਾ ਸੀ, ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਮੈਂ ਉਦਾਸ ਹੋ ਗਈ। ਮੈਂ ਕਈ ਵਾਰ ਆਪਣੀ ਮਾਂ ਨੂੰ ਪੁੱਛਿਆ ਸੀ ਕਿ ਮਾਲਿਕ ਤੁਹਾਡੇ ਤੋਂ ਕੀ ਕਰਵਾਉਂਦਾ ਹੈ, ਪਰ ਉਹ ਹਰ ਵਾਰੀ ਟਾਲ ਦਿੰਦੀ। ਪਰ ਮੈਂ ਵੀ ਸੋਚ ਲਿਆ ਸੀ ਕਿ ਪਤਾ ਕਰਕੇ ਹੀ ਰਹਿਣਾ ਹੈ, ਆਖਰ ਗੱਲ ਕੀ ਹੈ। ਜਦ ਮੈਂ ਅੰਦਰ ਦੇਖ ਰਹੀ ਸੀ, ਮੈਨੂੰ ਲੱਗਿਆ ਜਿਵੇਂ ਕੋਈ ਮੇਰੇ ਪਿੱਛੇ ਖੜਾ ਹੋਵੇ। ਮੈਂ ਧਿਆਨ ਨਾ ਦਿੱਤਾ। ਫਿਰ ਮੇਰੇ ਮੋਢੇ 'ਤੇ ਕਿਸੇ ਨੇ ਹੱਥ ਰੱਖ ਦਿੱਤਾ। ਮੈਂ ਡਰ ਗਈ, ਮੇਰਾ ਦਿਲ ਜ਼ੋਰ ਦੀ ਧੜਕਣ ਲੱਗਾ। ਪਿੱਛੇ ਮੁੜ ਕੇ ਦੇਖਿਆ ਤਾਂ ਉੱਥੇ ਇੱਕ ਨੌਜਵਾਨ ਮੁੰਡਾ ਸੀ। ਉਹ ਮੈਨੂੰ ਘੂਰ ਰਿਹਾ ਸੀ। ਪਰ ਮੈਨੂੰ ਇਸ ਘਰ ਵਿੱਚ ਕੰਮ ਕਰਦੇ 1 ਮਹੀਨਾ ਹੋ ਗਿਆ ਸੀ। ਮੈਂ ਕਦੀ ਉਸ ਨੂੰ ਨਹੀਂ ਦੇਖਿਆ ਸੀ। ਉਸ ਦੇ ਹੱਥ ਵਿੱਚ ਇੱਕ ਬੈਗ ਸੀ। ਉਹ ਕਹਿਣ ਲੱਗਾ ਕਿ ਤੂੰ ਕੌਣ ਹੈ, ਇੱਥੇ ਕੀ ਕਰਦੀ ਹੈ? ਮੈਂ ਘਬਰਾ ਗਈ। ਮੈਂ ਕਿਹਾ ਕੁਝ ਨਹੀਂ। ਉਸਨੇ ਫਿਰ ਮੈਨੂੰ ਪੁੱਛਿਆ ਕਿ ਤੂੰ ਮੇਰੇ ਪਾਪਾ ਦੇ ਕਮਰੇ ਵਿੱਚ ਕੀ ਦੇਖ ਰਹੀ ਹੈ? ਮੈਂ ਕਿਹਾ ਮੈਂ ਇਸ ਘਰ ਦੀ ਨੌਕਰਾਣੀ ਦੀ ਧੀ ਹਾਂ। ਉਸਨੇ ਆਪਣਾ ਬੈਗ ਰੱਖ ਦਿੱਤਾ ਅਤੇ ਸੋਫੇ 'ਤੇ ਬਹਿ ਗਿਆ ਤੇ ਸਾਹਮਣੇ ਪਈ ਮੇਜ਼ 'ਤੇ ਆਪਣੇ ਪੈਰ ਰੱਖ ਲਏ ਤੇ ਇਸ਼ਾਰਾ ਕਰਕੇ ਆਪਣੇ ਬੂਟ ਉਤਾਰਨ ਲਈ ਕਿਹਾ। ਮੈਂ ਡਰ ਗਈ ਅਤੇ ਉਸਦੇ ਬੂਟ ਉਤਾਰ ਦਿੱਤੇ। ਫਿਰ ਮੈਨੂੰ ਉਸਨੇ ਪਾਣੀ ਲੈ ਕੇ ਆਉਣ ਲਈ ਕਿਹਾ। ਮੈਂ ਰਸੋਈ ਵਿੱਚ ਗਈ। ਮੈਨੂੰ ਇਹ ਸੀ ਕਿਤੇ ਮਾਲਿਕ ਨੂੰ ਕਹਿ ਕੇ ਮੈਨੂੰ ਕੰਮ ਤੋਂ ਨਾ ਕਢਵਾ ਦੇਵੇ। ਮਾਂ ਮੈਨੂੰ ਬਹੁਤ ਮਾਰੇਗੀ। ਮੈਂ ਹੱਥ ਧੋ ਕੇ ਪਾਣੀ ਲੈ ਕੇ ਆਈ। ਉਹ 16 ਸਾਲ ਦਾ ਮਾਲਿਕ ਦਾ ਮੁੰਡਾ ਸੀ। ਉਸ ਦੀ ਸ਼ਕਲ ਵੀ ਮਾਲਿਕ ਨਾਲ ਮਿਲਦੀ ਸੀ, ਪਰ ਬਹੁਤ ਘਮੰਡੀ ਸੀ। ਹੁਣ ਮਾਂ ਨੇ ਦਰਵਾਜ਼ਾ ਖੋਲ੍ਹ ਦਿੱਤਾ ਸੀ। ਉਹ ਮਾਲਿਕ ਦਾ ਮੁੰਡਾ ਹੋਸਟਲ ਵਿੱਚ ਰਹਿੰਦਾ ਸੀ ਅਤੇ ਉਹ ਮਾਲਿਕ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਉਸਨੇ ਮੇਰੀ ਮਾਂ ਨੂੰ ਨਮਸਤੇ ਕੀਤੀ। ਮੇਰੀ ਮਾਂ ਨੂੰ ਉਹ ਸ਼ਾਇਦ ਜਾਣਦਾ ਸੀ। ਮੇਰੀ ਮਾਂ ਮੈਨੂੰ ਲੈ ਕੇ ਬੰਗਲੇ ਵਿੱਚੋਂ ਬਾਹਰ ਆ ਗਈ। ਅਗਲੇ ਦਿਨ ਅਸੀਂ ਫੇਰ ਕੰਮ 'ਤੇ ਗਏ। ਉਹ ਮੁੰਡਾ ਨਾਸ਼ਤਾ ਕਰ ਰਿਹਾ ਸੀ। ਮੇਰੀ ਮਾਂ ਫੇਰ ਤੋਂ ਮਾਲਿਕ ਦੇ ਕਮਰੇ ਵਿੱਚ ਗਈ ਸੀ। ਮੈਂ ਕੰਮ ਕਰਨ ਲੱਗੀ। ਉਹ ਮੈਨੂੰ ਦੇਖ ਰਿਹਾ ਸੀ। ਜਦੋਂ ਮੈਂ ਉਸ ਦੇ ਕਮਰੇ ਦੀ ਸਫਾਈ ਕਰਨ ਲਈ ਗਈ ਤਾਂ ਉਸ ਨੇ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਕਿਹਾ ਕਿ ਦਰਵਾਜ਼ਾ ਖੋਲ੍ਹੋ। ਉਸਨੇ ਕਿਹਾ ਤੈਨੂੰ ਬਹੁਤ ਸ਼ੌਂਕ ਹੈ ਦੂਜੇ ਦੇ ਕਮਰੇ ਵਿੱਚ ਵੇਖਣ ਦਾ, ਕੀ ਹੋ ਰਿਹਾ ਹੈ? ਮੈਂ ਬੁਰੀ ਤਰ੍ਹਾਂ ਡਰ ਗਈ। ਉਹ ਮੇਰੇ ਕੋਲ ਆ ਰਿਹਾ ਸੀ। ਮੇਰੇ ਦਿਲ ਨੇ ਜਿਵੇਂ ਧੜਕਣਾ ਬੰਦ ਕਰ ਦਿੱਤਾ ਹੋਵੇ। ਮੈਂ ਰੋਣਾ ਸ਼ੁਰੂ ਕਰ ਦਿੱਤਾ ਤੇ ਰੌਲਾ ਪਾਉਣ ਲੱਗੀ। ਉਸਨੇ ਮੈਨੂੰ ਦਰਵਾਜ਼ਾ ਖੋਲ੍ਹ ਦਿੱਤਾ ਤੇ ਮੈਨੂੰ ਬਾਹਰ ਕੱਢ ਕੇ ਫੇਰ ਬੰਦ ਕਰ ਦਿੱਤਾ। ਮੈਂ ਬਾਕੀ ਕੰਮ ਰੋਂਦੇ ਹੋਏ ਕੀਤਾ। ਮੇਰੀ ਮਾਂ ਜਦੋਂ ਬਾਹਰ ਆਈ ਤਾਂ ਮੈਨੂੰ ਦੇਖ ਕੇ ਪਰੇਸ਼ਾਨ ਹੋ ਗਈ ਤੇ ਕਹਿਣ ਲੱਗੀ ਕੀ ਹੋਇਆ? ਮੈਂ ਮਾਲਿਕ ਦੇ ਸਾਹਮਣੇ ਕੁਝ ਨਾ ਬੋਲੀ ਤੇ ਕਿਹਾ ਸਿਰ ਦਰਦ ਹੈ। ਮੇਰੀ ਮਾਂ ਮੈਨੂੰ ਡਾਕਟਰ ਦੇ ਕੋਲ ਲੈ ਕੇ ਜਾਣ ਲੱਗੀ। ਮੈਂ ਮਨਾ ਕਰ ਦਿੱਤਾ ਤੇ ਘਰ ਆ ਕੇ ਸਭ ਦੱਸ ਦਿੱਤਾ। ਮੇਰੀ ਮਾਂ ਨੇ ਕਿਹਾ ਠੀਕ ਹੈ, ਕੱਲ ਤੋਂ ਮੈਂ ਇਕੱਲੀ ਜਾਊਂਗੀ। ਅਗਲੇ ਦਿਨ ਮੈਂ ਘਰ ਸੀ। ਮੇਰੀ ਮਾਂ ਜਦੋਂ ਆਈ, ਉਸ ਦਾ ਮੂੰਹ ਲਾਲ ਸੀ। ਉਹ ਆਉਂਦੇ ਹੀ ਲੇਟ ਗਈ। ਮੈਂ ਮਾਂ ਨੂੰ ਹੱਥ ਲਾਇਆ। ਉਸ ਨੂੰ ਬਹੁਤ ਤੇਜ਼ ਬੁਖਾਰ ਸੀ। ਮਾਂ ਨੂੰ ਮੈਂ ਰੋਟੀ ਖਵਾਈ ਤੇ ਬੁਖਾਰ ਦੀ ਦਵਾਈ ਦਿੱਤੀ। ਮਾਂ ਦਾ ਸਾਰੀ ਰਾਤ ਸਿਰ ਘੁੱਟਦੀ ਰਹੀ। ਸਵੇਰੇ ਮਾਂ ਦਾ ਬੁਖਾਰ ਤਾਂ ਉਤਰ ਗਿਆ ਸੀ, ਪਰ ਉਹ ਕਮਜ਼ੋਰੀ ਮਹਿਸੂਸ ਕਰ ਰਹੀ ਸੀ ਤੇ ਕੰਮ 'ਤੇ ਜਾਣ ਲਈ ਤਿਆਰ ਸੀ। ਮੈਂ ਕਿਹਾ ਮਾਂ ਅੱਜ ਛੁੱਟੀ ਕਰ ਲੈ। ਉਹ ਕਹਿਣ ਲੱਗੀ ਕੰਮ ਛੁੱਟ ਜਾਣਾ। ਫਿਰ ਮੈਂ ਕਿਹਾ ਕਿ ਮੈਂ ਇਕੱਲੀ ਚਲੀ ਜਾਂਦੀ ਹਾਂ ਤਾਂ ਮਾਂ ਦਾ ਰੰਗ ਉੱਡ ਗਿਆ ਕਿ ਨਹੀਂ, ਤੂੰ ਇਕੱਲੇ ਨਹੀਂ ਜਾਣਾ। ਫਿਰ ਮੈਂ ਮਾਂ ਨਾਲ ਉਸ ਬੰਗਲੇ ਵਿੱਚ ਚਲੀ ਗਈ, ਪਰ ਜੋ ਮੁੰਡਾ ਨਾ ਦਿਸਿਆ, ਸ਼ਾਇਦ ਹੋਸਟਲ ਚਲਾ ਗਿਆ ਸੀ। ਮੇਰੀ ਮਾਂ ਇੱਕ ਪਾਸੇ ਬੈਠੀ ਰਹੀ। ਮੈਂ ਸਾਰਾ ਕੰਮ ਕਰ ਦਿੱਤਾ। ਮਾਲਿਕ ਕਹਿਣ ਲੱਗਾ ਤੇਰੀ ਮਾਂ ਦੇ ਹਿੱਸੇ ਦਾ ਕੰਮ ਕੌਣ ਕਰੂਗਾ? ਮਾਂ ਕਹਿਣ ਲੱਗੀ ਇਹ ਨਹੀਂ ਕਰੂਗੀ। ਪਰ ਮੈਂ ਤਾਂ ਰਾਜ਼ ਵੀ ਜਾਣਨਾ ਸੀ ਕਿ ਮਾਂ ਆਖਰ ਉਸ ਕਮਰੇ ਵਿੱਚ ਕਰਦੀ ਕੀ ਸੀ ਤੇ ਉਸ ਦੀ ਅਲਮਾਰੀ ਦੇ ਅੰਦਰ ਉਹ ਇੱਕ ਹਜ਼ਾਰ ਦੇ ਨੋਟ ਕਿੱਥੋਂ ਆਏ ਸੀ। ਅਗਲੀ ਸਵੇਰ ਮੇਰੀ ਮਾਂ ਸੌਂ ਰਹੀ ਸੀ ਤੇ ਮੈਂ ਬੰਗਲੇ ਵਿੱਚ ਕੰਮ ਕਰਨ ਗਈ, ਕਿਉਂਕਿ ਮੈਂ ਪਤਾ ਕਰਨਾ ਸੀ ਕਿ ਮੇਰੀ ਮਾਂ ਕੀ ਕੰਮ ਕਰਦੀ ਸੀ। ਜਦੋਂ ਮੈਂ ਬੰਗਲੇ ਵਿੱਚ ਗਈ ਤਾਂ ਸਾਰਾ ਕੰਮ ਕਰ ਦਿੱਤਾ। ਮਾਲਿਕ ਪੁੱਛਣ ਲੱਗਾ ਕਿ ਮਾਂ ਕਿੱਥੇ ਹੈ? ਮੈਂ ਕਿਹਾ ਉਹ ਠੀਕ ਨਹੀਂ ਹੈ। ਫਿਰ ਉਹਨਾਂ ਮੈਨੂੰ ਕਿਹਾ ਕਿ ਮੇਰਾ ਕੰਮ ਤੂੰ ਕਰ ਦੇ, ਤੈਨੂੰ ਤੇਰੀ ਮਾਂ ਨਾਲੋਂ ਵੀ ਜ਼ਿਆਦਾ ਪੈਸੇ ਦੇਵਾਂਗਾ। ਮੈਂ ਤਾਂ ਪਤਾ ਕਰਨਾ ਹੀ ਸੀ ਕਿ ਆਖਰ ਕੀ ਗੱਲ ਹੈ, ਕਿ ਕਮਰੇ ਵਿੱਚ ਕੀ ਹੁੰਦਾ ਹੈ। ਮੈਂ ਮੰਨ ਗਈ ਤੇ ਫਿਰ ਜਦੋਂ ਮੈਂ ਅੰਦਰ ਗਈ ਤਾਂ ਮਾਲਿਕ ਨੇ ਦਰਵਾਜ਼ਾ ਬੰਦ ਕਰ ਦਿੱਤਾ। ਬਹੁਤ ਹਨੇਰਾ ਸੀ। ਮੈਂ ਬੈੱਡ 'ਤੇ ਬੈਠ ਗਈ। ਕਮਰੇ ਵਿੱਚ ਨਾਈਟ ਬੱਲਬ ਸੀ। ਬਸ ਫਿਰ ਮਾਲਿਕ ਬਾਥਰੂਮ ਵਿੱਚ ਚਲਾ ਗਿਆ ਤੇ ਆਪਣੇ ਨਾਈਟ ਕੱਪੜੇ ਪਾ ਕੇ ਆਇਆ।
ਮੈਂ ਡਰ ਗਈ ਅਤੇ ਉਸ ਦੇ ਹੱਥ ਵਿੱਚ ਇੱਕ ਸ਼ੀਸ਼ੀ ਤੇਲ ਦੀ ਸੀ, ਜੋ ਕਿ ਨਿੰਮ ਦਾ ਤੇਲ ਸੀ। ਫਿਰ ਉਸਨੇ ਮੈਨੂੰ ਕਿਹਾ ਕਿ ਮੇਰੀ ਮਾਲਿਸ਼ ਕਰ ਦੇ। ਤੇਰੀ ਮਾਂ ਨੂੰ ਮੈਂ ਆਪਣੀ ਭੈਣ ਮੰਨਦਾ ਹਾਂ। ਮੈਨੂੰ ਬਹੁਤ ਸਮੇਂ ਤੋਂ ਚਮੜੀ ਦੀ ਬਿਮਾਰੀ ਸੀ, ਜਿਸ 'ਤੇ ਬਹੁਤ ਖੁਜਲੀ ਹੁੰਦੀ ਸੀ। ਤੇਰੀ ਮਾਂ ਤੋਂ ਮੈਂ ਆਪਣੀ ਮਾਲਿਸ਼ ਕਰਵਾ ਲੈਂਦਾ ਹਾਂ। ਮੈਨੂੰ ਤੇਰੀ ਮਾਂ ਨੇ ਕਿਹਾ ਸੀ ਕਿ ਮੇਰੇ ਪੁੱਤ ਨੇ ਤੈਨੂੰ ਤੰਗ ਕੀਤਾ। ਮੈਂ ਉਸ ਵੱਲੋਂ ਤੇਤੋਂ ਮਾਫ਼ੀ ਮੰਗਦਾ ਹਾਂ। ਮੈਨੂੰ ਮਾਫ਼ ਕਰ ਦੇਈਂ ਪੁੱਤ। ਮੈਂ ਪਸੀਨੇ-ਪਸੀਨੇ ਹੋ ਗਈ ਸੀ। ਮੈਨੂੰ ਮਾਲਿਕ ਨੇ 2000 ਦਾ ਨੋਟ ਦਿੱਤਾ, ਪਰ ਅੱਜ ਮੈਨੂੰ ਮੇਰੀ ਮਾਂ ਦੇ ਹਰ ਸਵਾਲ ਦਾ ਜਵਾਬ ਮਿਲ ਗਿਆ ਸੀ। ਦੋਸਤੋ, ਜ਼ਰੂਰੀ ਨਹੀਂ ਕਿ ਹਰ ਬੰਦ ਕਮਰੇ ਵਿੱਚ ਪਾਪ ਹੀ ਹੁੰਦਾ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਜੀ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਸੀਂ ਆਪਣਾ ਅਤੇ ਆਪਣੇ ਘਰਦਿਆਂ ਦਾ ਧਿਆਨ ਰੱਖਿਓ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।